ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਮਰਿਤ ਵਿਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ ਦੇ ਨਾਲ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਤੋਂ ਬਾਅਦ ਕਈ ਵੱਡੇ ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ। 12 ਫਰਵਰੀ ਤੋਂ ਰਾਜਸਥਾਨ ਦੇ ਟੋਲ ਪਲਾਜ਼ਾ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। 18 ਫਰਵਰੀ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ ਪੂਰੇ ਦੇਸ਼ ਦੇ ਵਿੱਚ। 14 ਫਰਵਰੀ ਨੂੰ ਕੈਂਡਲ ਮਾਰਚ ਹੋਣਗੇ, ਮਸ਼ਾਲ ਜਲੂਸ ਕੱਢਿਆ ਜਾਵੇਗਾ, ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਤੇ 16 ਫਰਵਰੀ ਨੂੰ ਸਰ ਛੋਟੂ ਰਾਮ ਨੂੰ ਯਾਦ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ ਹੈ। ਇਸ ਬੈਠਕ ਤੋਂ ਬਾਅਦ ਇਹ ਜੋ ਵੱਡੇ ਐਲਾਨ ਕੀਤੇ ਗਏ ਨੇ, ਆਪਣਾ ਅਗਲਾ ਐਕਸ਼ਨ ਪਲਾਨ ਕਿਸਾਨਾਂ ਦੇ ਵੱਲੋਂ ਉਲੀਕਿਆ ਗਿਆ ਹੈ। ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ 12 ਫਰਵਰੀ ਤੋਂ ਰਾਜਸਥਾਨ ਦੇ ਟੋਲ ਪਲਾਜ਼ਾ ਫ੍ਰੀ ਕਰਨ ਜਾ ਰਹੇ ਨੇ ਕਿਸਾਨ। 18 ਫਰਵਰੀ ਨੂੰ 4 ਘੰਟਿਆਂ ਦੇ ਲਈ ਪੂਰੇ ਦੇਸ਼ ਦੇ ਵਿੱਚ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ ਤੇ 14 ਫਰਵਰੀ ਨੂੰ ਪੁਲਵਾਮਾ ਦੇ ਸ਼ਹੀਦਾਂ ਨੂੰ याद किया जाएगा। राजस्थान के लिए है कि राजस्थान पूरे स्टेट में राजस्थान के लोगों को कॉल दिया गया है कि जितने भी टोल प्लाजे राजस्थान में हैं उनको पूरा ही उनको फ्री कर दो, उनको खोल दो। और नेक्स्ट है 14 तारीख को हमने किसान और जवान को श्रद्धांजलि देने के लिए, और उस दिन हमने इतने यहाँ किसान शहीद हुए या 14 को पुलवामा हुआ था, उस दिन किसानों और जवानों को श्रद्धांजलि देने के लिए पूरे देश में कैंडल मार्च और मशाल मार्च का कॉल दिया है। और शाम को 7 बजे से लेकर 8 बजे तक पूरे देश में लोग जो हैं ये कॉल को इम्प्लीमेंट करेंगे, उनको श्रद्धांजलि देंगे शहीदों को। एंड फाइनली 18 तारीख को रेल का चक्का जाम करने का कॉल दिया गया है, जो दोपहर 12 बजे से लेकर शाम 4 बजे तक 4 घंटे का ट्रेन जो है उसका रास्ता रोका जाएगा पूरे देश में। ਤਾਂ ਜਿੱਥੇ ਕਿਸਾਨਾਂ ਨੇ 12 ਫਰਵਰੀ ਤੋਂ ਰਾਜਸਥਾਨ ਦੇ ਟੋਲ ਪਲਾਜ਼ਾ ਫ੍ਰੀ ਕਰਨ ਦਾ ਐਲਾਨ ਕੀਤਾ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਨਾ ਕੋਈ ਰਸਤਾ ਨਹੀਂ ਹੈ। ਤਾਂ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਰਾਜਸਥਾਨ ਦੇ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ 12 ਫਰਵਰੀ ਤੋਂ। ਇਸ ਤੋਂ ਪਹਿਲਾਂ ਪੰਜਾਬ ਦੇ ਟੋਲ ਫ੍ਰੀ ਕੀਤੇ ਗਏ ਨੇ, ਹਰਿਆਣਾ ਦੇ ਟੋਲ ਫ੍ਰੀ ਕੀਤੇ ਗਏ ਨੇ ਤੇ ਹੁਣ ਰਾਜਸਥਾਨ ਦੀ ਵਾਰੀ ਹੈ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਇਹ ਕਿਸਾਨਾਂ ਦੇ ਵੱਲੋਂ ਜੋ ਟੋਲ ਬੰਦ ਕਰਵਾਏ ਜਾ ਰਹੇ ਨੇ ਇਹ ਕੋਈ ਰਸਤਾ ਨਹੀਂ ਹੈ, ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ। ਪਰ ਫਿਲਹਾਲ ਪੰਜਾਬ ਹਰਿਆਣਾ ਤੋਂ ਬਾਅਦ ਹੁਣ ਕਿਸਾਨਾਂ ਨੇ ਰਾਜਸਥਾਨ ਦਾ ਰੁਖ ਕਰ ਲਿਆ ਹੈ। 12 फरवरी तो राजस्थान दे टोल फ्री करवाए जाएंगे। इस देश में टोल प्लाजा, इस देश में टोल प्लाजा, इस देश में टोल प्लाजा सभी सरकारों ने स्वीकार की हुई व्यवस्था है। टोल प्लाजा इस देश में सभी सरकारों ने की हुई व्यवस्था है, और उस टोल प्लाजा को तोड़ना, उस टोल प्लाजा को कब्जा करना, उस टोल प्लाजा को न चलने देना, ये जो तरीके चले हैं वो तरीके क्या पवित्र आंदोलन को कलंकित करने का प्रयास है कि नहीं। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਟੋਲ ਪਲਾਜ਼ਾ ਬੰਦ ਕਰਨਾ ਇੱਕ ਤਰੀਕੇ ਦੇ ਨਾਲ ਅਪਮਾਨ ਕੀਤਾ ਜਾ ਰਿਹਾ ਹੈ, ਕਿਉਂਕਿ ਸਾਰੀਆਂ ਸਰਕਾਰਾਂ ਦੇ ਵੱਲੋਂ ਇਹ ਜੋ ਟੋਲ ਆਪੋ ਆਪਣੇ ਸੂਬਿਆਂ ਦੇ ਵਿੱਚ ਬਣਾਏ ਗਏ ਨੇ ਤੇ ਇਹ ਕੋਈ ਰਸਤਾ ਨਹੀਂ ਹੈ ਕਿਸੇ ਮਸਲੇ ਦੇ ਹੱਲ ਦਾ। ਉਧਰ ਲੋਕ ਸਭਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ। ਕਿਹਾ ਚੰਗਾ ਹੁੰਦਾ ਜੇ ਖੇਤੀ ਕਾਨੂੰਨਾਂ ਦੇ ਕੰਟੈਂਟ ਤੇ ਚਰਚਾ ਹੁੰਦੀ। ਖੇਤੀਬਾੜੀ ਸੁਧਾਰ ਦੇ ਲਈ ਇਹ ਬਿੱਲ ਲਿਆਂਦੇ ਗਏ ਨੇ। ਪੀਐਮ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅਫਵਾਹ ਫੈਲਾਈ ਗਈ ਹੈ। ਸਰਕਾਰ ਅੰਦੋਲਨਕਾਰੀ ਕਿਸਾਨਾਂ ਦਾ ਆਦਰ ਕਰਦੀ ਹੈ ਤੇ ਜੇ ਕਿਸਾਨ ਕੋਈ ਕਮੀ ਦੱਸਦੇ ਨੇ ਤਾਂ ਸੁਧਾਰ ਕਰਾਂਗੇ। ਪੀਐਮ ਨੇ ਕਿਹਾ ਦੇਸ਼ ਅੰਦੋਲਨਕਾਰੀਆਂ ਤੇ ਅੰਦੋਲਨ ਜੀਵੀਆਂ ਦੇ ਵਿੱਚ ਫਰਕ ਕਰੇ। ਅੰਦੋਲਨ ਜੀਵੀਆਂ ਤੋਂ ਦੇਸ਼ ਨੂੰ ਸਾਵਧਾਨ ਹੋਣ ਦੀ ਲੋੜ ਹੈ। ਤਾਂ ਇੱਕ ਵਾਰ ਫਿਰ ਤੋਂ ਅੰਦੋਲਨ ਜੀਵੀ ਸ਼ਬਦ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ, ਜੋ ਰਾਜ ਸਭਾ ਦੇ ਵਿੱਚ ਵੀ ਕੀਤਾ ਗਿਆ ਸੀ, ਜਿਸ ਤੇ ਕਿਸਾਨ ਜਥੇਬੰਦੀਆਂ ਨੇ ਇਤਰਾਜ਼ ਵੀ ਜਤਾਇਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਟਾਵਰਾਂ ਦੀ ਭੰਨਤੋੜ ਜੋ ਕੀਤੀ ਜਾ ਰਹੀ ਹੈ ਕਿ ਭੰਨਤੋੜ ਦੇ ਨਾਲ ਅੰਦੋਲਨ ਤੇ ਸਵਾਲ ਖੜੇ ਨਹੀਂ ਹੁੰਦੇ। जो भावी चुनौतियां, जिसको कई विद्वानों ने कहा हुआ है, कोई मेरे शब्द नहीं है, कृषि क्षेत्र की इन भावी चुनौतियों को हमें अभी से डील करना पड़ेगा, और उसको करने के दिशा हमने प्रयास किया है।
मैं एक देख रहा था कि यहां पर जो चर्चा हुई और विशेष करके हमारे जो कांग्रेस के साथियों ने चर्चा की, मैं ये तो देख रहा था कि वो इस कानून के कलर पर तो बहुत बहस कर रहे थे, ब्लैक है कि व्हाइट है, ब्लैक है कि व्हाइट है। अच्छा होता उसके कंटेंट पर चर्चा करते। सब कुछ वैसा का वैसा वो है पुराना। क्या हुआ है, एक अतिरिक्त विकल्प व्यवस्था मिली है, वो भी क्या कंपलसरी है? किसी कानून का विरोध तो तब मायना रखता है कि जब वो कंपलसरी हो, ये तो ऑप्शनल है। पुरानी मंडियों पर भी कोई पाबंदी नहीं है। इतना ही नहीं, इस बजट में इन मंडियों को आधुनिक बनाने के लिए, उनके इंफ्रास्ट्रक्चर को सुधारने के लिए और बजट की व्यवस्था की गई है। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਭਾਸ਼ਣ ਦਿੱਤਾ ਗਿਆ ਤੇ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ। ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਕਾਂਗਰਸ ਦੇ ਵੱਲੋਂ ਵਾਕਆਊਟ ਕਰ ਦਿੱਤਾ ਗਿਆ। ਸਦਨ 'ਚੋਂ ਵਾਕਆਊਟ ਦੇ ਬਾਅਦ ਕਾਂਗਰਸ ਨੇ ਕੀ ਕੁਝ ਕਿਹਾ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। 206 से ज़्यादा लोग किसानों की जान गंवा चुके हैं, मौत हो चुके हैं, फिर भी हमारे प्रधानमंत्री जी इस विषय पे कुछ कहने के लिए तैयार नहीं थे। उन्होंने कह रहे थे कि हम किसानों के लिए ये कर रहे हैं, वो कर रहे हैं, कहते कहते वो ये भी कह दिया हमारा कानून में किसी को लाभ हो सकता, किसी को नुकसान भी हो सकता। तो मैंने कहा आप क्यों ऐसा कानून ला रहे हो कि किसी को लाभ होगा? हम तो सबके लाभ के लिए आपको कानून लाना चाहिए था। अब कैसा हिंदुस्तान बनाया जहां लोहे की कील पे किसानों को बैठे के रखा। अब कैसा हिंदुस्तान बनाया जहां कांटीले तारों की बैरिकेड देकर किसानों की आप बात के रखा। जहां बिजली पानी सारी सुविधा है, वहां किसानों को मुहैया कराने के नहीं दिया जाता और हर जगह में किसानों के खिलाफ पाबंदी लगाया जा रहा है। ये कैसे देश बनाना चाहते हैं? कहूंगी लोग मर रहे हैं आज, हजारों गोलियां, भांति भांति का पहनाव, क्या कुछ नहीं। और दिल्ली में मंत्री कहाँ जाएंगे जब दिल्ली पंजाब तक कहाँ जाएंगे जब दिल्ली के बॉर्डर तक एक मंत्री 75 दिन से नहीं पहुंचा, तो पंजाब कहाँ गए होंगे? प्रधानमंत्री कह रहे हैं कि हमारा रास्ता भी बातचीत का खुला है। एंड ऑफ द स्पीच में उन्होंने कहा कि आइए बैठकर बातचीत से रास्ता निकालें। तो जाइए बातचीत ना, वो तो 75 दिन से आपको बात सुनाने के लिए बैठे हुए हैं। आपने इतनी 3 किलोमीटर की वहाँ पे कटीली तारे और नोकीले कील ठोक दिए हैं, बिजली आपने बंद कर दी है, वो कहाँ से आपके पास पहुंचे? ये सब बातें होती हैं। मुझे दुख है कि देश के किसानों के साथ ऐसा किया जा रहा है। ਗੱਲ ਕਰਦੇ ਹਾਂ ਹੁਣ ਸੱਤਾ ਦੇ ਸੈਮੀਫਾਈਨਲ ਦੀ। ਪੰਜਾਬ 'ਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਝੜਪਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਝੜਪ ਦੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ। ਸਥਾਨਕ ਚੋਣਾਂ ਦੇ ਵਿਚਾਲੇ ਮੋਗਾ ਦੇ ਵਿੱਚ ਹਿੰਸਕ ਝੜਪ ਹੋਈ। ਵਾਰਡ ਨੰਬਰ 9 ਦੇ ਵਿੱਚ 2 ਅਕਾਲੀ ਵਰਕਰਾਂ ਨੂੰ ਗੱਡੀ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਲਜ਼ਾਮ ਨੇ ਕਿ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ ਦੇਰ ਰਾਤ ਝੜਪ ਹੋਈ ਹੈ। ਸ਼ਰਾਬ ਵੰਡਣ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ ਹਿੰਸਕ ਝੜਪ ਦੇ ਵਿੱਚ ਬਦਲ ਗਈ। ਕਾਂਗਰਸ ਦੀ ਮਹਿਲਾ ਉਮੀਦਵਾਰ ਦੇ ਪਤੀ ਤੇ ਉਸਦੇ ਸਾਥੀਆਂ ਤੇ ਕਤਲ ਦੇ ਇਲਜ਼ਾਮ ਲੱਗ ਰਹੇ ਨੇ। ਮ੍ਰਿਤਕਾਂ ਦੇ ਨਾਮ ਹਰਮਿੰਦਰ ਸਿੰਘ ਤੇ ਜਗਦੀਪ ਸਿੰਘ ਭੋਲਾ ਨੇ। ਮਸਲਾ ਜੀ ਅਸੀਂ ਤਾਂ ਖੜੇ ਸੀ ਉੱਤੇ, ਸਾਰੇ ਆਪਦੇ ਵਾਰਡ 'ਚ ਖੜੇ ਸੀ ਸਾਰੇ ਉੱਥੇ, ਤੇ ਅਸੀਂ ਇਹ ਆਏ ਦਾਰੂ ਵੰਡੀ ਜਾਂਦੇ ਸੀਗੇ ਤੇ ਉੱਥੇ ਦਾਰੂ ਉਹਨਾਂ ਨੇ ਆਪਣੀ ਦੁਕਾਨ 'ਚ ਉਹਨਾਂ ਨੇ ਬੰਦਿਆਂ ਨਾਲ ਧੱਕਾ ਕਰਨ ਲੱਗੇ, ਸਾਰੇ ਉਹਨੂੰ ਖਿੱਚਣ ਲੱਗੇ, ਉਹਨੂੰ ਮਾਰਨ ਲੱਗੇ। ਬਾਈ ਬੱਬੂ ਨੇ ਰੋਕਿਆ ਵੀ ਨਾ ਇਹ ਨਾ ਕਰੋ, ਤੁਸੀਂ ਬਹਿ ਕੇ ਗੱਲ ਕਰੋ ਸਾਡੇ ਨਾਲ। ਉਹਨਾਂ ਨੇ ਮੁੜ ਕੇ ਗੱਡੀ ਚੜਾ ਦਿੱਤੀ ਉੱਤੇ। ਮਤਲਬ 9 ਨੰਬਰ ਵਾਰਡ ਦੇ ਵਿੱਚ ਉਮੀਦਵਾਰ ਬਣਿਆ ਉਹਦੇ ਘਰ ਵਾਲੀ ਔਰ ਕਾਂਗਰਸ ਦਾ ਉਮੀਦਵਾਰ ਹੈ, ਔਰ ਉਹਨਾਂ ਨੂੰ ਅੱਜ ਤੜਕੇ ਦੇ ਕਿਤੇ ਲੇਡੀਜ਼ ਦੇ ਗਲ ਪੈਂਦੇ ਸੀ, ਕਿਤੇ ਦੁਕਾਨ ਵਾਲੇ ਦੇ ਕੁੱਟ ਸੱਟਦੇ ਸੀ, ਕਿਤੇ ਕੁਛ ਪੂਰੀ ਬਦਮਾਸ਼ੀ ਤੜਕੇ ਦੇ ਕਰ ਰਹੇ ਆ। ਤੇ ਸ਼ਾਮ ਨੂੰ ਅੱਜ ਦਾਰੂ ਪੀ ਕੇ ਉਹਨਾਂ ਨੇ ਇਹ ਪਲਾਨ ਬਣਾਇਆ ਕਿ ਜਿਹੜੇ ਅਕਾਲੀ ਦਲ ਦੇ ਬੰਦੇ ਜਾਂ ਉਮੀਦਵਾਰ ਦੇ ਦਰਵਾਜ਼ੇ ਦੇ ਅੱਗੇ ਆਮ ਤੌਰ ਤੇ ਆਪਾਂ ਇਲੈਕਸ਼ਨਾਂ 'ਚ ਦੇਖਦੇ ਹਾਂ ਆਪਦੇ ਘਰ ਦੇ ਮੂਹਰੇ ਬੰਦੇ ਖੜ ਜਾਂਦੇ 5-4, ਉਹਨਾਂ ਨੂੰ ਉਹਨਾਂ ਨੇ ਤੇਜ਼ ਗੱਡੀਆਂ ਦੇ ਵਾਹਨ ਦੇ ਨਾਲ ਉਹਨਾਂ ਨੇ ਕੁਚਲਤਾ, ਜਿਹਦੇ ਵਿੱਚ ਇੱਕ ਸਾਡੇ ਵੀਰ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੇ ਵਿੱਚ 7 ਲੋਕਾਂ ਨੂੰ ਨਾਮਜ਼ਦ ਕੀਤਾ, ਜਿਨ੍ਹਾਂ 'ਚ ਕਾਂਗਰਸ ਉਮੀਦਵਾਰ ਦੇ ਪਤੀ ਤੇ ਉਸਦੇ 2 ਸਾਥੀਆਂ ਨੂੰ ਕਾਬੂ ਕਰ ਲਿਆ ਗਿਆ। ਕਾਰਨ ਬਸ ਇਹਨਾਂ ਦਾ ਆਪਸ 'ਚ ਇੱਕ ਦੂਜੇ ਦੇ ਸਾਹਮਣੇ ਆ ਕੇ ਤੈਸ਼ 'ਚ ਆ ਕੇ ਇਹਨਾਂ ਨੇ ਇੱਕ ਦੂਜੇ ਨਾਲ ਇਹ ਖਿਬੜ ਗਏ ਤੇ ਸਾਹਿਬਾਨੀ ਲੜਾਈ ਹੋਈ ਇਹਨਾਂ ਦੀ। ਪੁਲਿਸ ਵੱਲੋਂ ਅਸੀਂ
ਬਿਆਨ ਲਿਖ ਲਿਆ, ਜਿਹੜੇ ਜ਼ਖਮੀ ਨੇ ਇੱਥੇ ਇੰਜਰਡ ਨੇ ਸਿਵਲ ਹਸਪੀਟਲ ਮੋਗਾ, ਉਹਦੇ ਬਿਆਨ ਲਿਖ ਕੇ ਤੇ ਉਸ ਤੇ ਅਸੀਂ ਕਾਰਵਾਈ ਕਰਨ ਲੱਗੇ। ਕੋਈ ਅਰੈਸਟ ਵੀ ਹੋਇਆ ਸਰ? ਹਾਂਜੀ, ਅਰੈਸਟ ਹੋਇਆ ਨਰਿੰਦਰਪਾਲ ਸਿੰਘ ਸਿੱਧੂ ਜਿਹੜੇ ਸੀਗੇ, ਉਹ ਅਰੈਸਟ ਹੋ ਗਏ। ਅਕਾਲੀ ਦਲ ਕਾਂਗਰਸ ਤੇ ਸਥਾਨਕ ਚੋਣਾਂ ਦੇ ਵਿੱਚ ਸ਼ਰੇਆਮ ਧੱਕਾ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਪਾਰਟੀ ਨੇ ਪੰਜਾਬ ਪੁਲਿਸ ਦੇ ਨਾਲ ਚੋਣ ਕਮਿਸ਼ਨ ਤੇ ਵੀ ਸਵਾਲ ਚੁੱਕੇ ਨੇ। ਇਲੈਕਸ਼ਨ ਕਮਿਸ਼ਨ ਪੰਜਾਬ ਜਿਹੜਾ ਉਹ ਸਿਰਫ ਤੇ ਸਿਰਫ ਡਿਫੰਕਟ ਬੋਡੀ ਨਹੀਂ ਬਣਿਆ, ਉਲਟਾ ਕਾਂਗਰਸ ਦਾ ਪੱਖ ਪੂਰ ਰਿਹਾ ਔਰ ਅੱਖਾਂ ਮੀਚ ਕੇ ਉਹਨਾਂ ਨੂੰ ਇਹ ਸਾਰੇ ਘਿਨਾਉਣੇ ਕਾਰਨਾਮੇ ਕਰਨ ਦੇ ਰਿਹਾ। ਪਹਿਲਾਂ ਵੀ ਅਸੀਂ ਸ਼ਿਕਾਇਤਾਂ ਕੀਤੀਆਂ ਕਿ ਕਿਤੇ ਕਾਗਜ਼ਾਂ ਦੀ ਰੱਦੋ ਬਦਲ ਲੈ ਲਓ, ਕਿਤੇ ਕਾਗਜ਼ ਨਾ ਭਰਨ ਦੇਣਾ, ਜਾਂ ਹੋਰ ਵੀ ਬੜੀਆਂ ਗੱਲਾਂ ਇਸ ਗੱਲ ਦੀਆਂ ਸਾਹਮਣੇ ਆ ਰਹੀਆਂ। ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਆਗਰਾ ਕਰੂੰਗਾ, ਬੇਨਤੀ ਕਰੂੰਗਾ ਕਿ ਕਾਨੂੰਨ ਨੇ ਵਰਦੀ ਦਿੱਤੀ ਹੈ ਤੇ ਘੱਟੋ ਘੱਟ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਲਈ, ਸ਼ਾਂਤੀ ਬਹਾਲ ਰੱਖਣ ਦੇ ਲਈ ਕਿਰਪਾ ਕਰਕੇ ਜੇ ਇਲੈਕਸ਼ਨ ਕਰਾਉਣਾ, ਲੋਕਤੰਤਰ ਨੂੰ ਜਿੰਦਾ ਰੱਖਣਾ ਤੇ ਕਾਨੂੰਨ ਆਪਣਾ ਕੰਮ ਕਰੇ। ਉਧਰ ਮੋਗਾ ਪੁਲਿਸ ਦਾ ਦਾਅਵਾ ਹੈ ਕਿ ਨਾਕਾਬੰਦੀ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਕਿ ਇਹੋ ਜਿਹੀ ਹਿੰਸਕ ਘਟਨਾ ਦੁਬਾਰਾ ਨਾ ਹੋ ਸਕੇ। ਨਾਲ ਹੀ ਸਿਆਸੀ ਦਲਾਂ ਨੂੰ ਵੀ ਸੰਜਮ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਮੋਗਾ ਤੋਂ ਦੀਪਕ ਸਿੰਗਲਾ, ਨਿਊਜ਼ 18 ਪੰਜਾਬ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਕਹਿੰਦੇ ਨੇ ਇੱਕ ਜੀਨੀਅਸ ਦੀ ਪਹਿਚਾਣ ਛੋਟੀ ਉਮਰ ਦੇ ਵਿੱਚ ਹੀ ਹੋ ਜਾਂਦੀ ਹੈ ਤੇ ਛੋਟੀ ਉਮਰ ਦੇ ਵਿੱਚ ਹੀ ਆਪਣਾ ਕਮਾਲ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ। ਨੈਟਵਰਕ 18 ਦੀ ਇਸ ਪਹਿਲ ਦੇ ਵਿੱਚ ਤੁਹਾਨੂੰ ਕੁਝ ਅਜਿਹੇ ਜੀਨੀਅਸ ਦੇ ਨਾਲ ਮਿਲਾ ਰਹੇ ਹਾਂ। तीन चेहरे जो कैलकुलेटर को हरा देते हैं, तीन चेहरे जो नंबरों से खेलते हैं, नंबरों में जीते हैं। तीनों जादूगर जब बायजूस यंग जीनियस में एक साथ आए तो मानो दिमाग, याददाश्त, हुनर का तूफान आ गया। आइए, बैठिए बैठिए। कैसा लग रहा है आपको बायजूस यंग जीनियस में? बहुत अच्छा लग रहा है। बहुत अच्छा लग रहा है। देखिए 7,91,212 7,91,212 7,91,212 दूनी 39,81,000 60 लाख। रुक जा भाई, रुक जा, पहले जरा चेक कर लूं। ये लीजिए सारे आंसर्स वहां पर। राठी जी का बेटा तो कमाल का है, चलता फिरता कैलकुलेटर है। चिराग हमारे गांव का चिराग है। ये है 15 साल का यंग जीनियस चिराग राठी। यूपी के सहारनपुर के गांव में गरीब परिवार का चिराग अपने शहर का ही नहीं, पूरे प्रदेश और देश का चिराग बन रहा है। उसने बचपन से ही मैथ से दोस्ती कर ली। नतीजा 100 करोड़ तक के पहाड़े उसे याद हैं। 20 करोड़ तक कितने भी नंबरों का जोड़, घटा और मल्टीप्लाई वो कैलकुलेटर से भी तेज करता है। 3 सेकंड में ही किसी भी बड़े से बड़े नंबर का स्क्वायर या स्क्वायर रूट, क्यूब और क्यूब रूट बता देता है। ये सब बिना किसी स्पेशल ट्रेनिंग के सरकारी स्कूल में पढ़ते हुए। माँ बाप के पास पैसे नहीं थे, इसलिए किसी ओलंपियाड में भाग नहीं ले सका। चिराग को आज के दौर की शकुंतला देवी कहा जा रहा है। मैथ का शौक जब मैं 4th क्लास में था तो हमारे टीचर ने हमको 50 तक टेबल्स याद करने के लिए दिए, तो मैंने 100 तक कर लिए। तो उन्होंने कहा अगर तुम 300 तक याद कर लोगे तो तुम्हें मंच पर बुलाया जाएगा। तो फिर मैंने 300 की जगह 500 तक कर लिए। और फिर ऐसे ही मेरी मैथ में इंटरेस्ट बढ़ गया, टेबल में इंटरेस्ट बढ़ गया। तो फिर मैंने 500 से 1000, धीरे धीरे 5000, फिर 10,000, फिर लाखों में, और फिर ऐसे ही 100 करोड़ तक हो गए। ये है 11 साल का यंग जीनियस जयादित्य शेट्टी। जयादित्य मुंबई में रहता है, लेकिन उसे जानती पूरी दुनिया है। उसके नाम 2 वर्ल्ड रिकॉर्ड्स हैं। 2019 में उसने मैथ्स, मेंटल मैथ्स और स्पीड रीडिंग से जुड़ी सबसे प्रतिष्ठित चैंपियनशिप मेमोरियाड टर्की ओपन चैंपियनशिप जीती। उसके मुकाबले में थे 13 देशों के 168 चेहरे। जयादित्य बाइनरी नंबरों को याद करने में माहिर है। मैंने और मेरे पापा ने ऐसे बाइनरी कोड्स बनाए हैं जिसकी मदद से मैं 1000 से भी ज्यादा बाइनरी डिजिट्स याद कर सकता हूँ। 00000। कितने भी नंबर उसे एक बार दिखाइए और वो बाद में हूबहू उसी पैटर्न में उन्हें बता देगा। 29 सितंबर 2017
फ्राइडे। हाउ डू यू नो दैट? हाउ इज दैट पॉसिबल? जयादित्य खुद को एथलीट की तर्ज पर मैथलीट कहता है, लेकिन लोग उसे आज के दौर का आर्यभट्ट कहते हैं। वाओ फैबुलस, तुम गले मिलो मेरे भाई। ये लो फुल ग्रीन। ये है 10 साल की यंग जीनियस अवंतिका कांबली। मुंबई की सिर्फ 10 साल की ये लड़की मैथ्स चैंपियन है। 6 डिजिट इम्परफेक्ट स्क्वायर रूट्स की किड्स कैटेगरी में दुनिया में दूसरे नंबर पर है। हाल ही में दुबई में मेंटल मैथमेटिक्स इंटरनेशनल चैंपियनशिप में उसने यंगेस्ट अचीवर्स का अवार्ड जीता। I'm Avantika Kambli. I'm 10 years old and I'm a young mathematician from Mumbai. I'm an international champion in square roots. अवंतिका आंखों पर पट्टी बांधकर 20 सेकंड से भी कम वक्त में रूबिक क्यूब की पहेली सुलझा चुकी है। That's amazing. That's really amazing. Fantastic. I don't know whether I'm applauding the hula hoop skills or the Rubik's cube skills. I'm just wowed. अब थोड़ा फन हो गया। आ रहे हैं ये यंग जीनियस नेटवर्क 18 पर एक अनोखे शो में, बायजूस यंग जीनियस में।